ਉਸ ਤੋਂ ਅੱਗੇ ਆਪਣਾ ਬੇਟੇ ਹੈਗਾ ਉੱਤਰ ਵੈਦਿਕ ਕਾਲ। ਉੱਤਰ ਵੈਦਿਕ ਕਾਲ ਦੀ ਸੱਭਿਅਤਾ ਸੀ ਜਿਹੜੀ ਆਰੀਆ ਦੀ, ਉਸ ਸੱਭਿਅਤਾ ਨੂੰ ਕਹਿੰਦੇ ਆ ਜਿਹੜੀ ਕਿ ਰਿਗਵੇਦ ਦੀ ਰਚਨਾ ਤੋਂ ਕਈ ਸੌ ਸਾਲ ਬਾਅਦ ਹੋਣ ਦੇ ਵਿੱਚ ਆਈ। ਰਿਗਵੇਦ ਦੀ ਰਚਨਾ ਮਤਲਬ ਹੋਈ ਸੀ ਵੈਦਿਕ ਸੱਭਿਅਤਾ ਦੇ ਵਿੱਚ। ਉੱਤਰ ਵੈਦਿਕ ਸੱਭਿਅਤਾ ਜਿਹੜੀ ਉਹ ਰਿਗਵੇਦ ਦੀ ਰਚਨਾ ਤੋਂ ਕੋਈ 100 ਸਾਲ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਈ ਸੀ। ਇਸ ਸੱਭਿਅਤਾ ਬਾਰੇ ਸਾਨੂੰ ਸਾਮਵੇਦ, ਅਥਰਵਵੇਦ, ਯਜੁਰਵੇਦ, ਬ੍ਰਾਹਮਣ ਤੇ ਉਪਨਿਸ਼ਦ ਇਹ ਜਿਹੜੇ ਗ੍ਰੰਥ ਆ ਇਹਨਾਂ ਤੋਂ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉੱਤਰ ਵੈਦਿਕ ਕਾਲ ਦੇ ਵਿੱਚ ਆਰੀਆ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਆਰਥਿਕ ਜੀਵਨ ਵਿੱਚ ਮਹੱਤਵਪੂਰਨ ਤਬਦੀਲੀਆਂ ਹੋਈਆਂ ਤੇ ਜਿਨ੍ਹਾਂ ਦਾ ਵਰਣਨ ਆਪਾਂ ਇਸ ਪ੍ਰਕਾਰ ਨਾਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਣਾ ਹੈਗਾ ਰਾਜਨੀਤਿਕ ਜੀਵਨ। ਨੰਬਰ ਇਹਦੇ ਵਿੱਚ ਫਸਟ ਹੈਗਾ ਆਪਣੇ ਕੋਲੇ ਰਾਜਾ। ਉੱਤਰ ਵੈਦਿਕ ਕਾਲ ਦੇ ਵਿੱਚ ਆਰੀਆ ਨੇ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਕਰ ਲਈ ਸੀ ਤੇ ਰਾਜਿਆਂ ਦੀ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਸੀ ਜਿਹੜਾ ਉਹ ਆ ਚੁੱਕਾ ਸੀ। ਹੁਣ ਉਹਨਾਂ ਦੀਆਂ ਸ਼ਕਤੀਆਂ ਸੀ ਜਿਹੜੀਆਂ ਵਧ ਗਈਆਂ ਸੀਗੀਆਂ ਤੇ ਰਾਜਾ ਆਪਣੀ ਸ਼ਕਤੀਆਂ ਦਾ ਪ੍ਰਗਟਾਵਾ ਕਰਨ ਦੇ ਲਈ ਕਈ ਤਰ੍ਹਾਂ ਦੇ ਯੱਗ ਵੀ ਕਰਦਾ ਸੀ। ਉਹਨਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਯੱਗ ਸੀ ਜਿਹੜਾ ਉਹ ਅਸ਼ਵਮੇਧ ਯੱਗ ਸੀਗਾ। ਇਹਦੇ ਵਿੱਚ ਕੀ ਹੁੰਦਾ ਸੀ ਵੀ ਰਾਜਾ ਜੋ ਯੱਗ ਕਰਦਾ ਸੀ, ਯੱਗ ਕਰਨ ਤੋਂ ਪਹਿਲਾਂ ਇੱਕ ਘੋੜੇ ਨੂੰ ਛੱਡ ਦਿੰਦਾ ਸੀ ਤੇ ਉਹ ਜਿਸ ਵੀ ਪ੍ਰਦੇਸ਼ ਦੇ ਵਿੱਚੋਂ ਗੁਜ਼ਰਦਾ ਸੀ ਉੱਥੋਂ ਦੇ ਰਾਜੇ ਨੂੰ ਜਾਂ ਤਾਂ ਉਸ ਆਪਣੀ ਅਧੀਨਤਾ ਸੀ ਜਿਹੜੀ ਉਹ ਮੰਨਣੀ ਪੈਂਦੀ ਸੀਗੀ ਵੀ ਰਾਜੇ ਦੇ ਜਿਹੜੇ ਰਾਜੇ ਨੇ ਯੱਗ ਕੀਤਾ, ਘੋੜਾ ਛੱਡਿਆ, ਉਹਦੀ ਅਧੀਨਤਾ ਮੰਨ ਲੈਂਦਾ ਸੀ ਜਾਂ ਫਿਰ ਉਸ ਦੇ ਨਾਲ ਯੁੱਧ ਕਰਨਾ ਪੈਂਦਾ ਸੀ। ਤੇ ਇਸੇ ਕਾਲ ਦੇ ਵਿੱਚ ਉੱਤਰ ਵੈਦਿਕ ਕਾਲ ਦੇ ਵਿੱਚ ਰਾਜੇ ਨੂੰ ਆਪਣੀ ਪਰਜਾ ਤੇ ਕਰ ਲਗਾਉਣ ਦਾ ਅਧਿਕਾਰ ਵੀ ਮਿਲ ਗਿਆ ਸੀ। ਲੋਕਾਂ ਦੇ ਉੱਪਰ ਟੈਕਸ ਲੱਗਣੇ ਸ਼ੁਰੂ ਹੋ ਗਏ ਸੀਗੇ। ਨਿਆਂ ਦਾ ਸਰਵਉੱਚ ਅਧਿਕਾਰੀ ਹੁੰਦਾ ਸੀ ਤੇ ਜਿਵੇਂ ਪਹਿਲਾਂ ਸੀਗਾ ਵੀ ਰਾਜੇ ਨੂੰ ਜੇ ਕੋਈ ਕਪਟੀ ਰਾਜਾ ਹੁੰਦਾ ਸੀ, ਲੋਕਾਂ ਦੇ ਉੱਪਰ ਅਤਿਆਚਾਰ ਕਰਦਾ ਸੀ, ਉਹਨੂੰ ਗੱਦੀ ਤੋਂ ਉਤਾਰ ਦਿੱਤਾ ਜਾਂਦਾ ਸੀ। ਇਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਸੀ। ਰਾਜੇ ਨੂੰ ਉਸ ਦੀ ਗੱਦੀ ਤੋਂ ਨਹੀਂ ਹਟਾਇਆ ਜਾ ਸਕਦਾ ਸੀ। ਭਾਵੇਂ ਕਿ ਰਾਜੇ ਦੀਆਂ ਸ਼ਕਤੀਆਂ ਸੀ ਜਿਹੜੀਆਂ ਬਹੁਤ ਜ਼ਿਆਦਾ ਵਧ ਗਈਆਂ ਸੀਗੀਆਂ ਪਰ ਉਹ ਇਹਨਾਂ ਸ਼ਕਤੀਆਂ ਦੀ ਗਲਤ ਵਰਤੋਂ ਨਹੀਂ ਕਰਦੇ ਸੀਗੇ ਤੇ ਪਰਜਾ ਦੀ ਭਲਾਈ ਕਰਨ ਦੇ ਵਿੱਚ ਉਹ ਆਪਣੀ ਭਲਾਈ ਸਮਝਦੇ ਸਨ। ਸੈਕਿੰਡ ਹੈਗਾ ਮੰਤਰੀ। ਉੱਤਰ ਵੈਦਿਕ ਕਾਲ ਦੇ ਵਿੱਚ ਜਦੋਂ ਰਾਜੇ ਦੀਆਂ ਸ਼ਕਤੀਆਂ ਸੀ ਜਿਹੜੀਆਂ ਉਹ ਵਧ ਗਈਆਂ ਸੀ ਤੇ ਇਸ ਤੋਂ ਇਲਾਵਾ ਉਹਨੇ ਕਈ ਨਵੇਂ ਮੰਤਰੀ ਸੀ ਜਿਹੜੇ ਉਹ ਵੀ ਨਿਯੁਕਤ ਕਰ ਲਏ ਸੀਗੇ। ਕਿਹੜੇ ਕਿਹੜੇ ਮੰਤਰੀ ਸੀ ਉਹ? ਪੁਰੋਹਿਤ, ਸੈਨਾਨੀ ਤੇ ਗ੍ਰਾਮਣੀ। ਇਹਦੇ ਕਿਉਂ ਨਿਯੁਕਤ ਕੀਤੇ ਸੀ? ਜਿਹੜਾ ਪੁਰੋਹਿਤ ਸੀ ਜਿਹੜਾ ਇਹ ਰਿਗਵੈਦਿਕ ਕਾਲ ਨਾਲੋਂ ਇਹਦਾ ਮਹੱਤਵ ਜ਼ਿਆਦਾ ਵੱਧ ਗਿਆ ਸੀ। ਮਤਲਬ ਬ੍ਰਾਹਮਣ ਸੀ ਜਿਹੜੇ। ਨਵੇਂ ਮੰਤਰੀਆਂ ਦੇ ਵਿੱਚੋਂ ਖਜ਼ਾਨਚੀ ਹੋ ਗਏ, ਕਰ ਇਕੱਠਾ ਕਰਨ ਵਾਲਾ ਤੇ ਰਥਵਾਨ, ਇਹ ਵੀ ਉਹਨਾਂ ਨੇ ਨਿਯੁਕਤ ਕੀਤੇ ਸੀਗੇ। ਇਹਨਾਂ ਦੀ ਨਿਯੁਕਤੀ ਸੀ ਜਿਹੜੀ ਉਹ ਸਾਰਿਆਂ ਦੀ ਰਾਜੇ ਦੇ ਦੁਆਰਾ ਹੀ ਕੀਤੀ ਜਾਂਦੀ ਸੀ। ਮੰਤਰੀਆਂ ਨੂੰ ਉਸ ਸਮੇਂ ਰਤਨੀਨ ਕਿਹਾ ਜਾਂਦਾ ਸੀ। ਨੰਬਰ 3 ਸਭਾ ਤੇ ਸਮਿਤੀ। ਸਭਾ ਤੇ ਸਮਿਤੀ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਬੇਟੇ, ਉਹਦੇ ਵਿੱਚ ਵੀ ਇਹੀ ਸੀ ਦੋ ਸੰਸਥਾਵਾਂ ਸੀ ਰਿਗਵੈਦਿਕ ਕਾਲ ਤੋਂ ਜਿਹੜੀਆਂ ਚੱਲੀਆਂ ਆ ਰਹੀਆਂ ਸੀਗੀਆਂ। ਇਹ ਦੋਨੋਂ ਸੰਸਥਾਵਾਂ ਸੀ ਜਿਹੜੀਆਂ ਰਾਜੇ ਨੂੰ ਉਸਦਾ ਸ਼ਾਸਨ ਪ੍ਰਬੰਧ ਚਲਾਉਣ ਦੇ ਵਿੱਚ ਉਸਦੀ ਮਦਦ ਕਰਦੀਆਂ ਸੀ ਤੇ ਰਾਜੇ ਦੀ ਜੋ ਵੀ ਕਾਰਵਾਈਆਂ ਹੁੰਦੀਆਂ ਸੋ ਉਹਨਾਂ ਤੇ ਪੂਰੀ ਉਹਨਾਂ ਦੀ ਨਿਗਾਹ ਹੁੰਦੀ ਸੀਗੀ। ਤੇ ਉੱਤਰ ਵੈਦਿਕ ਕਾਲ ਦੇ ਵਿੱਚ ਇਹ ਦੋਨੋਂ ਸੰਸਥਾਵਾਂ ਸੀ ਜਿਹੜੀਆਂ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਰਹੀਆਂ ਸੀ ਤੇ ਨਾ ਹੀ ਉਹ ਹੁਣ ਰਾਜੇ ਨੂੰ ਉਸਦੀ ਗੱਦੀ ਤੋਂ ਹਟਾ ਸਕਦੀਆਂ ਸਨ। ਨੰਬਰ 4 ਨਿਆਂ ਪ੍ਰਬੰਧ। ਉੱਤਰ ਵੈਦਿਕ ਕਾਲ ਦੇ ਵਿੱਚ ਨਿਆਂ ਪ੍ਰਬੰਧ ਦਾ ਵੀ ਵਿਕਾਸ ਹੋ ਗਿਆ ਸੀ। ਨਿਆਂ ਸੰਬੰਧੀ ਅੰਤਿਮ ਫੈਸਲਾ ਜਿਹੜਾ ਸੀ ਉਹ ਰਾਜੇ ਦੁਆਰਾ ਹੀ ਲਿਆ ਜਾਂਦਾ ਸੀ ਤੇ ਇਸ ਕਾਲ ਦੇ ਵਿੱਚ ਅਪਰਾਧੀਆਂ ਨੂੰ ਰਿਗਵੈਦਿਕ ਕਾਲ ਨਾਲੋਂ ਜ਼ਿਆਦਾ ਸਖਤ ਸਜ਼ਾਵਾਂ ਦੇਣੀਆਂ ਸ਼ੁਰੂ ਹੋ ਗਈਆਂ ਸੀ। ਉਹਨਾਂ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ। ਜਦੋਂ ਆਪਾਂ ਪੜ੍ਹਿਆ ਸੀ ਵੈਦਿਕ ਕਾਲ ਦੇ ਵਿੱਚ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਸੀ। ਨੰਬਰ 5 ਯੁੱਧ ਦਾ ਢੰਗ। ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜੇ ਯੁੱਧ ਕਰਨ ਦੇ ਢੰਗ ਸੀ ਉਹ ਵੀ ਵਧੀਆ ਤਰੀਕੇ ਦੇ ਨਾਲ ਯੁੱਧ ਕਰਨ ਵਾਸਤੇ ਉਹਨਾਂ ਨੇ ਆਪਣੀ ਫੌਜ ਰੱਖਣੀ ਸ਼ੁਰੂ ਕਰਤੀ ਸੀਗੀ। ਪੈਦਲ, ਘੋੜਸਵਾਰ, ਰੱਥ ਸੈਨਾ ਸੀ ਜਿਹੜੇ ਉਹ ਯੁੱਧ ਕਰਨ ਦੇ ਵਾਸਤੇ ਸੈਨਾ ਦਾ ਮੁੱਖ ਭਾਗ ਹੁੰਦੇ ਸੀਗੇ। ਇਸ ਦੇ ਵਿੱਚ ਉਹਨਾਂ ਨੇ ਹਾਥੀਆਂ ਦੀ ਫੌਜ ਸੀ ਜਿਹੜੀ ਉਹਦੀ ਵਰਤੋਂ ਕਰਨੀ ਸ਼ੁਰੂ ਕਰਤੀ ਸੀ। ਲੜਾਈ ਦੇ ਮੁੱਖ ਹਥਿਆਰ ਸੀ ਜਿਹੜੇ ਤੀਰ, ਕਮਾਨ, ਤਲਵਾਰਾਂ ਤੇ ਭਾਲੇ ਸੀ ਤੇ ਕਈ ਹੋਰ ਨਵੇਂ ਹਥਿਆਰ ਵੀ ਸੀਗੇ ਜਿਨ੍ਹਾਂ ਦੀ ਉਹਨਾਂ ਨੇ ਵਰਤੋਂ ਸ਼ੁਰੂ ਕੀਤੀ ਸੀ। ਪਹਿਲਾਂ ਤੋਂ ਪ੍ਰਚਲਿਤ ਹਥਿਆਰਾਂ ਨੂੰ ਵੀ ਚੰਗੇ ਢੰਗ ਨਾਲ ਬਣਾਇਆ ਜਾਣ ਲੱਗਾ ਤੇ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਕੋਈ ਨਾ ਕੋਈ ਨਿਯਮ ਸੀ ਜਿਹੜੇ ਉਹ ਬਣਾ ਲੈਂਦੇ ਸੀਗੇ। ਉਸ ਤੋਂ ਅੱਗੇ ਆਪਣਾ ਹੈਗਾ ਸਮਾਜਿਕ ਜੀਵਨ। ਪਰਿਵਾਰ। ਉੱਤਰ ਵੈਦਿਕ ਕਾਲ ਦੇ ਵਿੱਚ ਪਰਿਵਾਰ ਰਿਗਵੈਦਿਕ ਕਾਲ ਵਾਂਗ ਸਾਂਝੇ ਤੇ ਪਿਤਾ ਪ੍ਰਧਾਨ ਸਮਾਜ ਸੀਗੇ। ਸੌਰੀ ਬੇਟਾ।
ਜਿਹੜਾ ਸਭ ਤੋਂ ਵੱਡਾ ਆਦਮੀ ਹੁੰਦਾ ਸੀ ਘਰ ਦੇ ਵਿੱਚ ਉਸ ਨੂੰ ਕੁਲਪਤੀ ਕਿਹਾ ਜਾਂਦਾ ਸੀ ਤੇ ਸਾਰੇ ਪਰਿਵਾਰ ਦੇ ਕੰਮਾਂ ਦੀ ਦੇਖਭਾਲ ਉਹ ਆਪ ਹੀ ਕਰਦਾ ਸੀ। ਪਰਿਵਾਰ ਦੇ ਬਾਕੀ ਮੈਂਬਰ ਜਿਹੜੇ ਹੁੰਦੇ ਸੀ ਉਸ ਦੀ ਆਗਿਆ ਦਾ ਪਾਲਣ ਕਰਦੇ ਸੀ ਤੇ ਪਰਿਵਾਰ ਦੇ ਵਿੱਚ ਮੁੰਡੇ ਦਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ। ਸੈਕਿੰਡ ਹੈਗਾ ਇਸਤਰੀਆਂ ਦੀ ਦਸ਼ਾ। ਇਹਦੇ ਵਿੱਚ ਜਿਹੜੀਆਂ ਇਸਤਰੀਆਂ ਦੀ ਹਾਲਤ ਸੀ ਉਹਦੇ ਵਿੱਚ ਕੁਝ ਤਬਦੀਲੀ ਆ ਗਈ ਸੀ। ਜੇਕਰ ਪਰਿਵਾਰ ਦੇ ਵਿੱਚ ਕੋਈ ਲੜਕੀ ਜਨਮ ਲੈ ਲੈਂਦੀ ਸੀ ਤਾਂ ਉਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀਗਾ। ਉਸ ਨੂੰ ਜਾਇਦਾਦ ਦੇ ਅਧਿਕਾਰ ਤੋਂ ਵਾਂਝੇ ਕਰ ਦਿੱਤਾ ਜਾਂਦਾ ਸੀ ਤੇ ਬਾਲ ਵਿਆਹ ਪ੍ਰਥਾ ਸੀ ਜਿਹੜੀ ਉਹ ਵੀ ਇਸ ਸਮੇਂ ਪ੍ਰਚਲਿਤ ਹੋ ਗਈ ਸੀ। ਰਾਜੇ ਦੇ ਉੱਚ ਵਰਗ ਦੇ ਜਿਹੜੇ ਲੋਕ ਸੀ ਉਹਨਾਂ ਨੇ ਕਈ ਵਿਆਹ ਕਰਵਾਉਣੇ ਸ਼ੁਰੂ ਕਰ ਦਿੱਤੇ ਸੀ। ਇਸਤਰੀਆਂ ਨੂੰ ਵੀ ਉਹਨਾਂ ਨੇ ਜੂਏ ਦੀ ਵਿੱਚ ਲਗਾ ਦਿੱਤਾ ਸੀ ਤੇ ਇਹਨਾਂ ਤੋਂ ਇਲਾਵਾ ਨਾਮਜਮੀਆਂ ਲੜਕੀਆਂ ਦੀ ਹੱਤਿਆ, ਸਤੀ ਤੇ ਪ੍ਰਥਾ ਵਰਗੀਆਂ ਜਿਹੜੀ ਪਰਦਾ ਪ੍ਰਥਾ ਵਰਗੀਆਂ ਕੁਰੀਤੀਆਂ ਸੀ ਜਿਹੜੀਆਂ ਉਹ ਹਜੇ ਪ੍ਰਚਲਿਤ ਨਹੀਂ ਹੋਈਆਂ ਸੀ। ਵਿਧਵਾ ਨੂੰ ਵੀ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਨੰਬਰ 3 ਵਰਨ ਆਸ਼ਰਮ ਪ੍ਰਥਾ। ਇਹਦੇ ਵਿੱਚ ਕੀ ਸੀਗਾ ਵੀ ਵਰਨ ਆਸ਼ਰਮ ਪ੍ਰਥਾ ਦੇ ਵਿੱਚ ਉੱਤਰ ਵੈਦਿਕ ਕਾਲ ਦੇ ਸਮੇਂ ਜਿਹੜਾ ਆਪਣਾ ਸਮਾਜਿਕ ਜੀਵਨ ਸੀ ਉਹਨੂੰ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਉਹਨਾਂ ਨੇ ਜੀਵਨ ਨੂੰ 100 ਸਾਲਾਂ ਦਾ ਮੰਨ ਕੇ 25-25 ਸਾਲਾਂ ਦੇ 4 ਆਸ਼ਰਮ ਬਣਾਤੇ ਸੀਗੇ। ਉਹ 4 ਆਸ਼ਰਮ ਕਿਹੜੇ ਸੀਗੇ? ਬ੍ਰਹਮਚਾਰੀ ਆਸ਼ਰਮ, ਗ੍ਰਹਿਸਥ ਆਸ਼ਰਮ, ਵਾਨਪ੍ਰਸਥ ਆਸ਼ਰਮ ਤੇ ਸੰਨਿਆਸ ਆਸ਼ਰਮ। ਪਹਿਲਾ ਆਸ਼ਰਮ ਕਿਹੜਾ ਸੀ? ਬ੍ਰਹਮਚਾਰੀਆ। ਇਹ ਕਿਹੜਾ ਸੀਗਾ ਜਿਹਦੇ ਵਿੱਚ 25 ਸਾਲ ਤੱਕ ਵਿਦਿਆਰਥੀ ਜੀਵਨ ਆਪਾਂ ਬਤੀਤ ਕਰਦੇ ਆ ਤੇ ਇਹਦੇ ਵਿੱਚ ਉਹਨੂੰ ਬੜੇ ਅਨੁਸ਼ਾਸਨ ਦੇ ਵਿੱਚ ਰਹਿਣਾ ਪੈਂਦਾ ਸੀ। ਦੂਜਾ ਕਿਸੇ ਗ੍ਰਹਿਸਥ ਜੀਵਨ। ਗ੍ਰਹਿਸਥ ਜੀਵਨ ਜਦੋਂ ਮਨੁੱਖ ਦਾ ਵਿਆਹ ਹੋ ਜਾਂਦਾ ਤਾਂ ਉਹ ਆਪਣੀ ਗ੍ਰਹਿਸਥੀ ਦੇ ਨਾਲ ਆਪਣਾ ਦੀ ਦੇਖਭਾਲ ਕਰਦਾ। ਤੀਸਰਾ ਕੀ ਹੈ? ਵਾਨਪ੍ਰਸਥ। ਜਦੋਂ ਉਹ ਜੰਗਲਾਂ ਦੇ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਿੰਦਾ ਤੇ ਅਧਿਆਤਮਿਕ ਸਿੱਖਿਆ ਜਿਹੜੀ ਉਸ ਨੂੰ ਪ੍ਰਾਪਤ ਕਰਦਾ। ਚੌਥਾ ਤੇ ਆਖਰੀ ਆਸ਼ਰਮ ਕਿਹੜਾ ਸੀ? ਸੰਨਿਆਸ ਆਸ਼ਰਮ। ਇਹਦੇ ਵਿੱਚ ਕੀ ਹੈ? ਮਨੁੱਖ ਜਿਹੜਾ ਉਹ ਹਮੇਸ਼ਾ ਦੇ ਲਈ ਆਪਣੇ ਘਰ-ਬਾਰ ਨੂੰ ਤਿਆਗ ਕੇ ਜੰਗਲਾਂ ਦੇ ਵਿੱਚ ਮੁਕਤੀ ਪ੍ਰਾਪਤ ਕਰਨ ਦੇ ਲਈ ਰਹਿਣਾ ਸ਼ੁਰੂ ਕਰ ਦਿੰਦਾ। ਨੰਬਰ 4 ਜਾਤੀ ਪ੍ਰਥਾ। ਉੱਤਰ ਵੈਦਿਕ ਕਾਲ ਦੇ ਵਿੱਚ ਜਾਤੀ ਪ੍ਰਥਾ ਦੇ ਵਿੱਚ ਕਠੋਰਤਾ ਆ ਗਈ ਸੀ। ਜਿਵੇਂ ਪਹਿਲਾਂ ਆਪਾਂ ਪੜ੍ਹਿਆ ਸੀਗਾ ਉਹਦੇ ਵਿੱਚ ਇਹ ਸੀਗਾ ਵੀ ਕੰਮ ਧੰਦਿਆਂ ਦੇ ਆਧਾਰ ਤੇ ਹੀ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਤੇ ਇਹਦੇ ਵਿੱਚ ਕੀ ਸੀਗਾ ਵੀ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਇਹਨਾਂ ਦੇ ਵਿੱਚ ਸਮਾਜ ਨੂੰ ਵੰਡਿਆ ਗਿਆ ਸੀ। ਇਹਦੇ ਬ੍ਰਾਹਮਣਾਂ ਦਾ ਮੁੱਖ ਕੰਮ ਕੀ ਹੁੰਦਾ ਸੀ? ਪਾਠ ਪੂਜਾ ਕਰਨਾ। ਕਸ਼ਤਰੀ ਸੀ ਜਿਹੜੇ ਇਹਨਾਂ ਦਾ ਕੰਮ ਲੜਾਈਆਂ ਕਰਨਾ ਤੇ ਵੈਸ਼ ਵਣਜ ਵਪਾਰ ਕਰਨਾ। ਸ਼ੂਦਰ ਸੀ ਜਿਹੜੇ ਉਹ ਉੱਪਰਲੀਆਂ 3 ਜਿਹੜੀਆਂ ਜਾਤੀਆਂ ਨੇ ਬ੍ਰਾਹਮਣ, ਕਸ਼ਤਰੀ ਤੇ ਵੈਸ਼ ਉਹਨਾਂ ਦੀ ਸੇਵਾ ਕਰਦੀਆਂ ਸੀ। ਤੇ ਬ੍ਰਾਹਮਣ, ਕਸ਼ਤਰੀ ਤੇ ਵੈਸ਼ ਜਿਹੜੇ ਇਹਨੂੰ ਦੂਜਾ ਜਨਮ ਦੀ ਪਦਵੀ ਦਿੱਤੀ ਗਈ ਸੀ ਜਦੋਂ ਕਿ ਜਿਹੜੇ ਸ਼ੂਦਰ ਸੀ ਉਹਨਾਂ ਨੂੰ ਸਭ ਇਹਨਾਂ ਤੋਂ ਬਾਹਰ ਰੱਖਿਆ ਗਿਆ ਸੀ। ਤੇ ਤੇਰੀਆਂ 3 ਜਾਤੀਆਂ ਸੀ ਆਪਸ ਦੇ ਵਿੱਚ ਮੇਲ ਜੋਲ ਰੱਖਦੀਆਂ ਸੀ, ਵਿਆਹ ਸੰਬੰਧ ਵੀ ਸਥਾਪਿਤ ਕਰਦੀਆਂ ਸੀ। ਸ਼ੂਦਰ ਸੀ ਜਿਹੜੇ ਇਹਨਾਂ ਨੂੰ ਸਭ ਤੋਂ ਨੀਵਾਂ ਸਮਝਿਆ ਜਾਂਦਾ ਸੀ ਪਰ ਉਹਨਾਂ ਨਾਲ ਫਿਰ ਨਫ਼ਰਤ ਨਹੀਂ ਕੀਤੀ ਜਾਂਦੀ ਸੀ। ਨੰਬਰ 5 ਸਿੱਖਿਆ। ਰਿਗਵੈਦਿਕ ਕਾਲ ਦੇ ਵਿੱਚ ਸਿੱਖਿਆ ਪ੍ਰਾਈਵੇਟ ਤੌਰ ਤੇ ਦਿੱਤੀ ਜਾਂਦੀ ਸੀ। ਜਿਹੜੇ ਵਿਦਿਆਰਥੀ ਸੀਗੇ ਉਹ 25 ਸਾਲਾਂ ਤੱਕ ਗੁਰੂਕੁਲ ਦੇ ਵਿੱਚ ਜਾ ਕੇ ਆਪਣੀ ਸਿੱਖਿਆ ਪ੍ਰਾਪਤ ਕਰ ਸਕਦੇ ਸੀਗੇ। ਵਿਦਿਆਰਥੀਆਂ ਨੂੰ ਜਿਨ੍ਹਾਂ ਨੂੰ ਬ੍ਰਹਮਚਾਰੀ ਕਹਿੰਦੇ ਸੀ ਉਹਨਾਂ ਨੂੰ ਬੜੇ ਕਰੜੇ ਨਿਯਮਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਪੈਂਦਾ ਸੀ ਤੇ ਉਹ ਗੁਰੂਆਂ ਦਾ ਬੜਾ ਹੀ ਜ਼ਿਆਦਾ ਸਤਿਕਾਰ ਕਰਦੇ ਸੀ। ਵਿਦਿਆਰਥੀ ਸੀ ਜਿਹੜੇ ਉਹਨਾਂ ਨੂੰ ਧਰਮ ਸ਼ਾਸਤਰਾਂ ਦੇ ਇਲਾਵਾ ਹਿਸਾਬ, ਜੋਤਿਸ਼, ਚਿਕਿਤਸਾ, ਕਾਨੂੰਨ, ਵਿਆਕਰਨ ਇਹਨਾਂ ਵਿਸ਼ਿਆਂ ਦੇ ਬਾਰੇ ਵੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਂਦੀ ਸੀ। ਨੰਬਰ 6 ਪਹਿਰਾਵਾ। ਉੱਤਰ ਵੈਦਿਕ ਕਾਲ ਦੇ ਆਰੀਆ ਦਾ ਜਿਹੜਾ ਪਹਿਰਾਵਾ ਸੀ ਉਹ ਵੈਦਿਕ ਕਾਲ ਦੀ ਤਰ੍ਹਾਂ ਹੀ ਸੀਗਾ। ਸੂਤੀ, ਉੱਨੀ ਤੇ ਰੇਸ਼ਮੀ ਕੱਪੜੇ ਉਹ ਪਹਿਨਦੇ ਸੀ। ਜਾਨਵਰਾਂ ਦੀ ਖੱਲਾਂ ਪਾਉਣ ਦਾ ਵੀ ਰਿਵਾਜ ਸੀ ਤੇ ਇਸ ਕਾਲ ਦੇ ਵਿੱਚ ਇਸਤਰੀਆਂ ਤੇ ਪੁਰਸ਼ ਸੀ ਜਿਹੜੇ ਦੋਨੋਂ ਹੀ ਗਹਿਣੇ ਪਹਿਨਦੇ ਸਨ। ਨੰਬਰ 7 ਖਾਣ ਪੀਣ। ਉੱਤਰ ਵੈਦਿਕ ਕਾਲ ਦੇ ਆਰੀਆ ਦਾ ਭੋਜਨ ਸੀ ਜਿਹੜਾ ਰਿਗਵੇਦ ਦੇ ਕਾਲ ਵਾਂਗ ਸਾਦਾ ਸੀ। ਕਣਕ, ਜੌਂ, ਚੌਲ, ਸਬਜ਼ੀਆਂ, ਦੁੱਧ, ਫਲਾਂ ਦੀ ਉਹ ਜ਼ਿਆਦਾ ਵਰਤੋਂ ਕਰਦੇ ਸੀਗੇ ਤੇ ਮਾਂਸ ਦੀ ਵਰਤੋਂ ਉਹਨਾਂ ਨੇ ਕਰਨੀ ਘੱਟ ਕਰਤੀ ਸੀਗੀ। ਸ਼ਾਕਾਹਾਰੀ ਹੁੰਦੇ ਜਾ ਰਹੇ ਸੀ ਤੇ ਸ਼ਰਾਬ ਪੀਣ ਦਾ ਜਿਹੜਾ ਰਿਵਾਜ ਸੀ ਉਹ ਬਹੁਤ ਵੱਧ ਗਿਆ ਸੀ। ਨੰਬਰ 8 ਮਨੋਰੰਜਨ। ਉੱਤਰ ਵੈਦਿਕ ਕਾਲ ਦੇ ਵਿੱਚ ਆਰੀਆ ਦੇ ਮੁੱਖ ਮਨੋਰੰਜਨ ਦੇ ਸਾਧਨ ਕਿਹੜੇ ਸੀ? ਰਿਗਵੈਦਿਕ ਕਾਲ ਵਾਲੀ ਹੁਣ ਵੀ ਉਹ ਆਪਣਾ ਮਨੋਰੰਜਨ ਰਥ ਦੌੜਾਂ, ਨਾਚ ਗਾਣਿਆਂ, ਘੋੜ ਦੌੜਾਂ, ਸ਼ਿਕਾਰ ਅਤੇ ਜੂਆ ਆਦਿ ਵਿੱਚ ਹਿੱਸਾ ਲੈ ਕੇ ਕਰਦੇ ਸੀ। ਇਸ ਕਾਲ ਦੇ ਵਿੱਚ ਨਾਟਕ ਵੀ ਖੇਡੇ ਜਾਣ ਲੱਗ ਪਏ ਸੀ ਜਿਸ ਵਿੱਚ ਲੋਕ ਸੀ ਜਿਹੜੇ ਉਹ ਵੱਧ ਚੜ ਕੇ ਹਿੱਸਾ ਲੈਂਦੇ ਸਨ। ਉਸ ਤੋਂ ਅੱਗੇ ਆਪਣਾ ਹੈਗਾ ਧਾਰਮਿਕ ਜੀਵਨ। ਇਹਦੇ ਵਿੱਚ ਨਵੇਂ ਦੇਵਤੇ। ਉੱਤਰ ਵੈਦਿਕ ਕਾਲ ਦੇ ਵਿੱਚ ਰਿਗਵੈਦਿਕ ਕਾਲ ਵਿੱਚ ਪੂਜੇ ਜਾਣ ਵਾਲੇ ਜਿਹੜੇ ਦੇਵੀ ਦੇਵਤੇ ਸੀ ਉਹਨਾਂ ਦਾ ਮਹੱਤਵ ਘਟ ਗਿਆ ਸੀ। ਜਿਵੇਂ ਪੜ੍ਹਿਆ ਸੀ ਵਰੁਣ ਤੇ ਇੰਦਰ ਦੀ ਜ਼ਿਆਦਾ ਪੂਜਾ ਕਰਦੇ ਸੀਗੇ ਤੇ ਕਈ ਹੋਰ ਦੇਵੀ ਦੇਵਤੇ ਸੀਗੇ ਜਿਨ੍ਹਾਂ ਦੀ ਪੂਜਾ ਹੋਣੀ ਸ਼ੁਰੂ ਹੋ ਗਈ ਸੀ। ਜਿਵੇਂ ਬ੍ਰਹਮਾ ਸੀ ਜਿਹੜਾ ਉਹਨੂੰ ਉੱਚਾ ਸਥਾਨ ਪ੍ਰਾਪਤ ਹੋ ਗਿਆ ਸੀ। ਸੰਸਾਰ ਦਾ ਸਿਰਜਣਹਾਰਾ ਬ੍ਰਹਮਾ ਨੂੰ ਮੰਨਿਆ ਗਿਆ। ਦੂਜਾ ਸਥਾਨ ਸੀ ਜਿਹੜਾ ਉਹਨਾਂ ਨੇ ਵਿਸ਼ਨੂੰ ਨੂੰ ਦਿੱਤਾ ਸੀ ਕਿਉਂਕਿ ਉਹਨਾਂ ਨੇ ਵਿਸ਼ਨੂੰ ਨੂੰ ਸੰਸਾਰ ਦਾ ਪਾਲਣਹਾਰ ਮੰਨਿਆ ਤੇ ਰਾਮ ਤੇ ਕ੍ਰਿਸ਼ਨ ਜੀ ਸੀ ਜਿਹੜੇ ਉਸ ਨੂੰ ਵਿਸ਼ਨੂੰ ਦਾ ਹੀ ਉਹਨਾਂ ਨੂੰ ਵਿਸ਼ਨੂੰ ਦਾ ਹੀ ਅਵਤਾਰ ਮੰਨਿਆ ਜਾਂਦਾ ਸੀ। ਤੀਸਰਾ ਸਥਾਨ ਸੀ ਜਿਹੜਾ ਉਹ ਸ਼ਿਵ ਨੂੰ ਮੰਨਿਆ ਗਿਆ। ਕਿਉਂ ਸ਼ਿਵ ਨੂੰ ਮੰਨਦੇ ਸੀ? ਕਿਉਂਕਿ ਉਸ ਨੂੰ ਮੁਕਤੀ ਦਾ ਦੇਵਤਾ ਮੰਨਦੇ ਸੀ। ਨੰਬਰ 2 ਆਪਣਾ ਹੈਗਾ ਧਰਮ ਵਿੱਚ ਗੁੰਝਲਤਾ।
ਉੱਤਰ ਵੈਦਿਕ ਕਾਲ ਦੇ ਵਿੱਚ ਜਿਹੜਾ ਧਰਮ ਸੀ ਬਹੁਤ ਜ਼ਿਆਦਾ ਗੁੰਝਲਦਾਰ ਹੋ ਗਿਆ ਸੀ। ਹਰ ਵਿਅਕਤੀ ਸੀ ਜਿਹੜਾ ਉਹਨੂੰ ਜਨਮ ਤੋਂ ਲੈ ਕੇ ਮੌਤ ਤੱਕ 40 ਸੰਸਕਾਰ ਕਰਵਾਉਣੇ ਜ਼ਰੂਰੀ ਸੀਗੇ। ਇਹਦੇ ਵਿੱਚ ਕੀ ਸੀਗੇ, ਵਿਸਤ੍ਰਿਤ ਤੇ ਪਹਿਲਾਂ ਨਾਲੋਂ ਜ਼ਿਆਦਾ ਵਿਸਤ੍ਰਿਤ ਤੇ ਗੁੰਝਲਦਾਰ ਹੋ ਗਏ ਸੀਗੇ। ਜੱਗ ਸੀ ਜਿਹੜੇ ਕਈ ਸਾਲਾਂ ਦੇ ਤੱਕ ਚੱਲਦੇ ਰਹਿੰਦੇ ਸੀਗੇ ਤੇ ਉਹ ਜਿਹੜੇ ਪ੍ਰੋਹਤ ਹੁੰਦੇ ਸੀਗੇ ਉਹ ਆਪਣੇ ਮੰਤਰਾਂ ਦੇ ਉਚਾਰਨ ਦੇ ਨਾਲ ਸ਼ੁੱਧਤਾ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਸੀਗੇ। ਤੇ ਜਦੋਂ ਇਹ ਯੱਗ ਹੁੰਦੇ ਸੀ ਉਸ ਸਮੇਂ ਜਿਹੜੇ ਪ੍ਰੋਹਤ ਹੁੰਦੇ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਦਕਸ਼ਨਾ ਦੇਣੀ ਪੈਂਦੀ ਸੀਗੀ, ਜਿਸ ਕਰਕੇ ਜਿਹੜੇ ਯੱਗ ਸੀ ਬਹੁਤ ਹੀ ਜ਼ਿਆਦਾ ਮਹਿੰਗੇ ਹੋ ਗਏ ਸਨ। ਨੰਬਰ 3, ਨਵੇਂ ਵਿਸ਼ਵਾਸ। ਇਸ ਕਾਲ ਦੇ ਵਿੱਚ ਉੱਤਰ ਵੈਦਿਕ ਕਾਲ ਸੀ ਜਿਹੜਾ ਉਸ ਸਮੇਂ ਆਵਾਗੌਣ, ਮੁਕਤੀ ਤੇ ਕਰਮ ਸਿਧਾਂਤ ਉਹ ਜ਼ਿਆਦਾ ਵਿਕਸਿਤ ਹੋ ਗਏ ਸੀਗੇ। ਆਰੀਆ ਲੋਕ ਕੀ ਵਿਸ਼ਵਾਸ ਕਰਦੇ ਸੀਗੇ ਕਿ ਮਨੁੱਖ ਜਿਹੜਾ ਉਹ ਮੌਤ ਤੋਂ ਬਾਅਦ ਦੁਬਾਰਾ ਜਨਮ ਲੈਂਦਾ ਤੇ ਆਵਾਗੌਣ ਦੇ ਚੱਕਰ ਤੋਂ ਮੁਕਤ ਛੁਟਕਾਰਾ ਪਾਉਣ ਦੇ ਵਾਸਤੇ ਮੁਕਤੀ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਇਸ ਕਰਕੇ ਉਹਨਾਂ ਦੇ ਅਨੁਸਾਰ ਸਾਡੇ ਕਰਮਾਂ ਦੇ ਅਨੁਸਾਰ ਹੀ ਸਾਨੂੰ ਫਲ ਮਿਲਦਾ ਹੈ। ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਹੋ ਜਿਹਾ ਹੀ ਸਾਨੂੰ ਫਲ ਜਿਹੜਾ ਭੋਗਣਾ ਪੈ ਸਕਦਾ ਹੈ ਤੇ ਇਸ ਕਰਕੇ ਮਨੁੱਖ ਨੂੰ ਹਮੇਸ਼ਾ ਚੰਗੇ ਕਰਮ ਹੀ ਕਰਨੇ ਚਾਹੀਦੇ ਹਨ। ਉਸ ਤੋਂ ਅੱਗੇ ਆਪਣਾ ਹੈਗਾ ਆਰਥਿਕ ਜੀਵਨ। ਫਸਟ ਪੁਆਇੰਟ ਦੇ ਵਿੱਚ ਹੈਗਾ ਖੇਤੀਬਾੜੀ। ਉੱਤਰ ਵੈਦਿਕ ਕਾਲ ਦੇ ਵਿੱਚ ਆਰੀਆ ਦਾ ਆਰਥਿਕ ਜੀਵਨ ਸੀ ਜਿਹੜਾ ਬੜਾ ਖੁਸ਼ਹਾਲ ਸੀ। ਉਹਨਾਂ ਦਾ ਮੁੱਖ ਧੰਦਾ ਖੇਤੀਬਾੜੀ ਸੀ। ਇਸ ਕਾਲ ਵਿੱਚ ਖੇਤੀਬਾੜੀ ਦੇ ਧੰਦੇ ਨੇ ਕਵੀ ਬਹੁਤ ਜ਼ਿਆਦਾ ਉੱਨਤੀ ਕੀਤੀ ਸੀ। ਹੁਣ ਜਿਹੜੇ ਆਰੀ ਸੀਗੇ ਉਹਨਾਂ ਨੇ ਬੜੇ ਹਲਾਂ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਸੀ ਖੇਤੀਬਾੜੀ ਦੇ ਲਈ ਤੇ ਜਿਹੜੇ ਹਲ ਹੁੰਦੇ ਸੀ ਇਹਨਾਂ ਨੂੰ 24 ਬਲਦ ਹੁੰਦੇ ਸੀ ਰੱਖੇ ਹੁੰਦੇ ਸੀ ਉਹਨਾਂ ਨੇ ਜਿਹੜੇ ਇਹਨਾਂ ਨੂੰ ਖਿੱਚ ਸਕਣ। ਵਧੇਰੇ ਪੈਦਾਵਾਰ ਪ੍ਰਾਪਤ ਕਰਨ ਦੇ ਲਈ ਉਹਨਾਂ ਨੇ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰਤੀ ਸੀ ਤੇ ਜਿਨ੍ਹਾਂ ਨਾਲ ਫਸਲਾਂ ਦੀ ਪੈਦਾਵਾਰ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਕਣਕ, ਜੌਂ, ਚੌਲ ਜਿਹੜੀਆਂ ਉਹ ਇਸ ਕਾਲ ਦੀਆਂ ਮੁੱਖ ਫਸਲਾਂ ਸੀ। ਉਸ ਤੋਂ ਅੱਗੇ ਆਪਣਾ ਹੈਗਾ ਪਸ਼ੂ ਪਾਲਣ। ਉੱਤਰ ਵੈਦਿਕ ਕਾਲ ਦੇ ਵਿੱਚ ਵੀ ਆਰੀਆ ਦਾ ਦੂਜਾ ਮੁੱਖ ਧੰਦਾ ਸੀ ਜਿਹੜਾ ਉਹ ਪਸ਼ੂ ਪਾਲਣਾ ਸੀ। ਉਹ ਗਾਂ, ਭੇਡ, ਬੱਕਰੀਆਂ, ਬਲਦ, ਕੁੱਤੇ, ਹਾਥੀ ਤੇ ਊਠ ਪਾਲਦੇ ਸੀਗੇ। ਪਸ਼ੂਆਂ ਨੂੰ ਦੌਲਤ ਦਾ ਮਾਪ ਸਮਝਿਆ ਜਾਂਦਾ ਸੀ ਤੇ ਭਾਵ ਕੀ ਹੁੰਦਾ ਸੀ, ਜਿਵੇਂ ਪਹਿਲਾਂ ਆਪਾਂ ਪੜ੍ਹਿਆ ਵੀ ਜਿੰਨੇ ਕੁ ਉਹਨਾਂ ਕੋਲੇ ਪਸ਼ੂ ਹੋਣਗੇ ਉਸ ਨੂੰ ਓਨਾ ਹੀ ਜ਼ਿਆਦਾ ਅਮੀਰ ਸਮਝਿਆ ਜਾਂਦਾ ਸੀ ਤੇ ਜਦੋਂ ਉਸ ਸਮੇਂ ਗਾਂ ਦੀ ਪੂਜਾ ਬਹੁਤ ਜ਼ਿਆਦਾ ਕੀਤੀ ਜਾਂਦੀ ਸੀ ਤੇ ਜੇ ਕੋਈ ਗਾਂ ਦੀ ਹੱਤਿਆ ਕਰ ਦਿੰਦਾ ਸੀ ਤਾਂ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ। ਨੰਬਰ 3 ਆਪਣੇ ਕੋਲ ਹੈਗਾ ਵਪਾਰ। ਉਸ ਸਮੇਂ ਵਪਾਰ ਦਾ ਧੰਦਾ ਸੀ ਜਿਹੜਾ ਇਹ ਵੀ ਬਹੁਤ ਜ਼ਿਆਦਾ ਉੱਨਤ ਹੋਇਆ ਸੀ। ਵਪਾਰ ਕਰਨ ਵਾਸਤੇ ਜਿਹੜੇ ਵਪਾਰੀ ਸੀ ਜਿਹੜੇ ਉਹਨਾਂ ਨੇ ਆਪਣੇ ਸਮੂਹ ਬਣਾਉਣੇ ਸ਼ੁਰੂ ਕਰਤੇ ਸੀਗੇ ਤੇ ਉਹ ਮਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਦੇ ਵਾਸਤੇ ਬੈਲ ਗੱਡੀਆਂ ਦੀ ਵਰਤੋਂ ਕਰਦੇ ਸੀਗੇ ਤੇ ਕਈ ਵਾਰ ਤਾਂ ਉਹ ਸਮੁੰਦਰਾਂ ਦੇ ਰਸਤੇ ਵੀ ਆਪਣਾ ਵਪਾਰ ਕਰਦੇ ਸੀਗੇ ਤੇ ਉਹ ਸਮੁੰਦਰ ਦੇ ਰਸਤੇ ਵਪਾਰ ਕਰਨ ਦੇ ਵਾਸਤੇ ਉਹਨਾਂ ਨੇ ਕਿਸ਼ਤੀਆਂ ਤੇ ਛੋਟੇ ਜਹਾਜ਼ਾਂ ਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ। ਨੰਬਰ 4 ਹੋਰ ਧੰਦੇ। ਤੇ ਇਹ ਜਿਹੜੇ ਧੰਦੇ ਸੀਗੇ ਇਹਨਾਂ ਤੋਂ ਇਲਾਵਾ ਉਹ ਸੋਨ ਤੇ ਕਈ ਤਰ੍ਹਾਂ ਦੀਆਂ ਧਾਤਾਂ ਨਾਲ ਸੰਬੰਧਿਤ ਧੰਦੇ ਉਹਨਾਂ ਨੇ ਕਰਨੇ ਸ਼ੁਰੂ ਕਰਤੇ ਸੀ, ਜਿਵੇਂ ਸੋਨਾ, ਚਾਂਦੀ, ਤਾਂਬਾ ਤੇ ਲੋਹਾ। ਤੇ ਇਹਨਾਂ ਤੋਂ ਇਲਾਵਾ ਜੇ ਕਈ ਸਾਰਥੀ, ਰਥਕਾਰ, ਸੰਗੀਤਕਾਰ, ਜੋਤਸ਼ੀ, ਵੈਦ, ਲੋਹਾਰ, ਸੁਨਿਆਰ, ਤਰਖਾਣ, ਘੁਮਿਆਰ ਇਹ ਵੀ ਜ਼ਿਆਦਾ ਆਪਣੇ ਧੰਦੇ ਸੀ ਜਿਹੜੇ ਉਹ ਕਰਦੇ ਸੀ। ਉਸ ਤੋਂ ਅੱਗੇ ਆਪਣਾ ਹੈਗਾ ਆਰੀਆ ਦੀ ਦੇਣ। ਇਹ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਰਾਜਨੀਤਿਕ ਦੇਣ ਕਿਹੜੀ ਸੀ ਆਰੀਆ ਦੀ। ਰਾਜਨੀਤਿਕ ਖੇਤਰ ਦੇ ਵਿੱਚ ਆਰੀਆ ਦੀ ਦੇਣ ਸੀ ਜਿਹੜੀ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਸੀ। ਉਹਨਾਂ ਨੇ ਲੋਕਾਂ ਨੂੰ ਲੋਕ ਰਾਜੀ ਢੰਗ ਦੇ ਨਾਲ ਰਾਜ ਕਰਨਾ ਸਿਖਾਇਆ ਤੇ ਉਹਨਾਂ ਨੇ ਰਾਜੇ ਦਾ ਇਹ ਵੀ ਦੱਸਿਆ ਕਿ ਰਾਜੇ ਦਾ ਜਿਹੜਾ ਮੁੱਖ ਉਦੇਸ਼ ਆ ਉਹ ਕੀ ਹੁੰਦਾ, ਪ੍ਰਜਾ ਦੀ ਭਲਾਈ ਕਰਨਾ ਤੇ ਪ੍ਰਜਾ ਦੀ ਪਿਤਾ ਦੇ ਵਾਂਗ ਉਹ ਦੇਖਭਾਲ ਕਰਦੇ ਸੀਗੇ। ਜੇ ਕੋਈ ਰਾਜਾ ਜ਼ਾਲਮ ਹੋ ਜਾਂਦਾ ਸੀ ਤਾਂ ਜਿਹੜੀਆਂ ਸਭਾ ਤੇ ਸਮਿਤੀ ਨਾਮ ਦੀਆਂ ਸੰਸਥਾਵਾਂ ਸੀ ਉਹ ਉਸ ਰਾਜੇ ਨੂੰ ਗੱਦੀ ਤੋਂ ਉਤਾਰ ਸਕਦੀਆਂ ਸੀ ਤੇ ਉਹ ਸਥਾਨਿਕ ਸ਼ਾਸਨ ਪ੍ਰਬੰਧੀ ਸੁਤੰਤਰਤਾ ਵਿੱਚ ਵੀ ਜ਼ਿਆਦਾ ਯਕੀਨ ਰੱਖਦੇ ਸੀਗੇ। ਪਿੰਡਾਂ ਦੇ ਵਿੱਚ ਗ੍ਰਾਮਣੀ ਸੀ ਜਿਹੜੇ ਉਹ ਸੁਤੰਤਰ ਰੂਪ ਦੇ ਵਿੱਚ ਆਪਣਾ ਸਾਰਾ ਕੰਮ ਕਰਦੇ ਸੀਗੇ ਤੇ ਇਸ ਤਰ੍ਹਾਂ ਦਾ ਸ਼ਾਸਨ ਜਿਹੜਾ ਉਹ ਹੁਣ ਤੱਕ ਵੀ ਆਪਣੇ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਦਾ। ਆਰੀਆ ਸੀ ਜਿਹੜੇ ਉਹਨਾਂ ਨੇ ਸਾਨੂੰ ਯੁੱਧ ਕਰਨ ਦਾ ਢੰਗ ਵੀ ਸਿਖਾਇਆ ਤੇ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਨਿਹੱਥੇ ਜਾਂ ਸੁੱਤੇ ਹੋਏ ਲੋਕਾਂ ਦੇ ਉੱਪਰ, ਦੁਸ਼ਮਣ, ਇਸਤਰੀਆਂ, ਬੱਚੇ ਜਿਹੜੇ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਹਮਲਾ ਨਹੀਂ ਕਰਨਾ ਚਾਹੀਦਾ। ਨੰਬਰ 2 ਸਮਾਜਿਕ ਦੇਣ। ਸਮਾਜਿਕ ਖੇਤਰ ਦੇ ਵਿੱਚ ਵੀ ਉਹਨਾਂ ਨੇ ਸਾਨੂੰ ਮਹੱਤਵਪੂਰਨ ਆਪਣੀ ਦੇਣ ਦਿੱਤੀ ਹੈ ਕਿਉਂਕਿ ਉਹਨਾਂ ਦੇ ਸਮੇਂ ਉਹਨਾਂ ਦਾ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ ਸੀ ਪਿਤਾ ਹੁੰਦਾ ਸੀ, ਕਿਉਂਕਿ ਪਿਤਾ ਪ੍ਰਧਾਨ ਪਰਿਵਾਰ ਹੁੰਦੇ ਸੀਗੇ ਤੇ ਪ੍ਰਧਾਨ ਕੌਣ ਹੁੰਦਾ ਸੀ, ਜਿਹੜਾ ਸਭ ਤੋਂ ਬਜ਼ੁਰਗ ਵਿਅਕਤੀ ਹੁੰਦਾ ਸੀ। ਜਿਹੜਾ ਬਜ਼ੁਰਗ ਹੁੰਦਾ ਸੀ ਉਹਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨੀ ਪੈਂਦੀ ਸੀਗੀ ਤੇ ਜੇ ਹਰ ਮੈਂਬਰ ਸੀ ਜਿਹੜਾ ਉਹ ਉਸ ਦੀ ਆਗਿਆ ਦਾ ਪਾਲਣ ਕਰਦਾ ਸੀ। ਇਸ ਤਰ੍ਹਾਂ ਸਾਨੂੰ ਬਜ਼ੁਰਗਾਂ ਦਾ ਮਾਣ ਕਰਨਾ ਵੀ ਉਹਨਾਂ ਨੇ ਸਿਖਾਇਆ ਤੇ ਉਸ ਸਮੇਂ ਜਿਹੜੇ ਪਰਿਵਾਰ ਸੀ ਉਹ ਸਾਰੇ ਮਿਲ ਜੁਲ ਕੇ ਰਹਿੰਦੇ ਸੀਗੇ ਤੇ ਉਹਨਾਂ ਨੇ ਸਾਨੂੰ ਇਸਤਰੀਆਂ ਦਾ ਮਾਣ ਕਰਨਾ ਵੀ ਸਿਖਾਇਆ ਤੇ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਇਸਤਰੀਆਂ ਨੂੰ ਹਮੇਸ਼ਾ ਪੁਰਸ਼ਾਂ ਦੇ ਬਰਾਬਰ ਹੀ ਸਮਝਣਾ ਚਾਹੀਦਾ ਹੈ ਤੇ ਇਸਤਰੀਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਤੇ ਉਸ ਸਮੇਂ ਸਮਾਜ ਦੇ ਵਿੱਚ ਜਿਵੇਂ ਬਾਲ ਵਿਆਹ, ਪਰਦਾ ਪ੍ਰਥਾ, ਸਤੀ ਪ੍ਰਥਾ ਇਸ ਤਰ੍ਹਾਂ ਦੀਆਂ ਕੋਈ ਵੀ ਬੁਰਾਈਆਂ ਨਹੀਂ ਸੀ ਤੇ ਉਹਨਾਂ ਨੇ ਮਹਿਮਾਨਾਂ ਦੀ ਵੀ ਸਾਨੂੰ ਵੱਧ ਤੋਂ ਵੱਧ ਇੱਜ਼ਤ ਕਰਨੀ ਸਿਖਾਈ। ਉਸ ਤੋਂ ਅੱਗੇ ਆਪਣਾ ਹੈਗਾ ਧਾਰਮਿਕ ਦੇਣ।
ਆਰੀਆ ਨੇ ਧਾਰਮਿਕ ਖੇਤਰ ਦੇ ਵਿੱਚ ਵੀ ਸਾਨੂੰ ਸ਼ਲਾਘਾਯੋਗ ਦੇਣ ਦਿੱਤੀ ਹੈ। ਉਹਨਾਂ ਦਾ ਧਰਮ ਸੀ ਜਿਹੜਾ ਉਹ ਬੜਾ ਸਾਦਾ ਸੀ, ਪਵਿੱਤਰ ਜੀਵਨ ਬਤੀਤ ਕਰਨ ਦੇ ਉੱਪਰ ਜ਼ੋਰ ਦਿੰਦੇ ਸੀ। ਆਰੀਆ ਸੀ ਬੇਸ਼ੱਕ ਆਪ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ, ਪਰੰਤੂ ਫਿਰ ਵੀ ਉਹ ਇੱਕ ਹੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਸੀ, ਕਿਉਂਕਿ ਉਹ ਦੇਵੀ ਦੇਵਤੇ ਸੀ ਜਿਹੜੇ ਉਹਨਾਂ ਨੂੰ ਇੱਕ ਹੀ ਪਰਮਾਤਮਾ ਦਾ ਰੂਪ ਸਮਝਦੇ ਸੀ। ਇਸਤਰੀਆਂ ਸੀ ਜਿਹੜੀਆਂ ਉਹ ਇਹਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੀਆਂ ਸੀ ਤੇ ਉਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਧਾਰਮਿਕ ਕੰਮ ਸੀ ਜਿਹੜਾ ਉਸਨੂੰ ਅਧੂਰਾ ਸਮਝਿਆ ਜਾਂਦਾ ਸੀ। ਆਰੀਆ ਸੀ ਜਿਹੜੇ ਆਵਾਗਮਨ, ਮੁਕਤੀ ਤੇ ਕਰਮ ਸਿਧਾਂਤ ਦੇ ਉੱਤੇ ਜ਼ਿਆਦਾ ਵਿਸ਼ਵਾਸ ਰੱਖਦੇ ਸਨ। ਉਸ ਤੋਂ ਅੱਗੇ ਆਪਣਾ ਗਿਆ ਸੰਸਕ੍ਰਿਤਿਕ ਦੇਣ। ਸੰਸਕ੍ਰਿਤਿਕ ਖੇਤਰ ਦੇ ਵਿੱਚ ਵੀ ਆਰੀਆ ਦੀ ਦੇਣ ਸੀ ਜਿਹੜੀ ਉਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਤੇ ਉਹਨਾਂ ਦੁਆਰਾ ਜਿਹੜਾ ਵੈਦਿਕ ਸਾਹਿਤ ਰਚਿਆ ਗਿਆ ਸੀ ਉਹਨਾਂ ਤੋਂ ਸਾਨੂੰ ਬਹੁਤ ਸਾਰਾ ਗਿਆਨ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਤੇ ਅੱਜ ਵੀ ਜਿਹੜੇ ਇਹ ਗ੍ਰੰਥ ਹੈ ਇਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਪੜ੍ਹਿਆ ਜਾਂਦਾ ਹੈ। ਆਰੀਆ ਨੇ ਭਾਰਤੀਆਂ ਨੂੰ ਸੰਸਕ੍ਰਿਤ ਭਾਸ਼ਾ ਦਿੱਤੀ ਜੋ ਪ੍ਰਾਚੀਨ ਕਾਲ ਦੇ ਵਿੱਚ ਸਦੀਆਂ ਤੱਕ ਕਾਇਮ ਰਹੀ। ਅੱਜ ਵੀ ਹਿੰਦੂ ਜਿਹੜੇ ਇਸ ਭਾਸ਼ਾ ਨੂੰ ਬਹੁਤ ਜ਼ਿਆਦਾ ਪਵਿੱਤਰ ਮੰਨਦੇ ਆ। ਇਸ ਭਾਸ਼ਾ ਨੇ ਪਿੱਛੋਂ ਕਈ ਹੋਰ ਵੀ ਭਾਰਤੀ ਭਾਸ਼ਾਵਾਂ ਨੂੰ ਜਨਮ ਦਿੱਤਾ ਜਿਹੜੀਆਂ ਅੱਜ ਵੀ ਪ੍ਰਚਲਿਤ ਹਨ। ਉਸ ਤੋਂ ਅੱਗੇ ਆਪਣਾ ਹੈਗਾ ਆਰਥਿਕ ਦੇਣ। ਆਰੀਆ ਲੋਕਾਂ ਦੀ ਆਰਥਿਕ ਖੇਤਰ ਦੇ ਵਿੱਚ ਵੀ ਮਹੱਤਵਪੂਰਨ ਦੇਣ ਹੈ। ਉਹਨਾਂ ਨੇ ਜੰਗਲਾਂ ਨੂੰ ਸਾਫ਼ ਕਰਕੇ ਉਹਨਾਂ ਨੂੰ ਵਿਸ਼ਾਲ ਖੇਤਰ ਜਿਹੜਾ ਉਸਨੂੰ ਖੇਤੀ ਦੇ ਅਧੀਨ ਲਿਆਂਦਾ। ਚੰਗੀ ਖੇਤੀ ਕਾਰਨ ਵਪਾਰਕ ਧੰਦਾ ਵੀ ਵਿਕਸਿਤ ਹੋਇਆ ਤੇ ਭਾਰਤ ਦੇ ਵਿੱਚ ਕਈ ਸ਼ਕਤੀਸ਼ਾਲੀ ਰਾਜ ਸੀ ਜਿਹੜੇ ਉਹ ਹੋਂਦ ਦੇ ਵਿੱਚ ਆਏ ਤੇ ਕਈ ਸਦੀਆਂ ਤੱਕ ਉਹ ਇਸੇ ਤਰ੍ਹਾਂ ਕਾਇਮ ਰਹੇ। ਆਰੀਆ ਨੇ ਸਾਨੂੰ ਦੱਸਿਆ ਕਿ ਜ਼ਮੀਨ ਦੀ ਵੰਡ ਹੈ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਵੀ ਜਿਹਦੇ ਨਾਲ ਅਮੀਰਾਂ ਤੇ ਗਰੀਬਾਂ ਦੇ ਵਿੱਚ ਕੋਈ ਵੀ ਅੰਤਰ ਨਾ ਰਹੇ। ਆਰੀਆ ਦੇ ਸਮੇਂ ਜਿਹੜੇ ਧੰਦੇ ਪ੍ਰਚਲਿਤ ਸੀ ਉਹ ਕਿਹੜੇ ਸੀ? ਖੇਤੀਬਾੜੀ, ਪਸ਼ੂ ਪਾਲਣਾ, ਵਪਾਰ। ਉਹ ਅੱਜ ਵੀ ਉਸੇ ਤਰ੍ਹਾਂ ਹੀ ਪ੍ਰਚਲਿਤ ਹਨ। ਇਹ ਸੀ ਬੇਟੇ ਆਪਣਾ ਚੈਪਟਰ ਭਾਰਤੀ ਆਰੀਆ ਲੋਕ। ਇਹਦਾ ਮੈਂ ਤੁਹਾਨੂੰ ਇੱਕ PDF ਬਣਾ ਕੇ ਸੈਂਡ ਕਰ ਦੂੰਗੀ ਤੇ ਤੁਸੀਂ ਉਹਨਾਂ ਨੂੰ ਦੇਖ ਲੈਣਾ ਹੈ ਤੇ ਇਹਦੇ ਨਾਲ ਰਿਲੇਟਡ ਜੋ ਵੀ ਕੁਐਸਚਨ ਹੈ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੋਨਾਂ ਦੇ ਵਿੱਚ ਹੀ ਤੁਹਾਨੂੰ ਮੈਂ ਸੈਂਡ ਕਰ ਦੂੰਗੀ। ਓਕੇ ਬੇਟਾ।